ਸਰੀ ਦੀ ਪੁਲਿਸਿੰਗ ਦਾ ਜਿਹੜਾ ਮਾਮਲਾ ਹੈ ਉਸ ਦੇ ਉੱਤੇ ਫੈਸਲਾ ਆ ਚੁੱਕਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਹੁਣ ਸਰੀ ਪੁਲਿਸ ਇੱਥੋਂ ਦੀ ਪੁਲਿਸ ਆਫ ਜੂਰਿਸਡਿਕਸ਼ਨ ਹੋਏਗੀ, ਯਾਨੀ ਕਿ ਸ਼ਹਿਰ ਦੀ। ਮੇਅਰ ਬ੍ਰੈਂਡਾ ਲੌਕ ਨੇ ਪਹਿਲੀ ਵਾਰ ਕਿਹਾ ਸੀ ਕਿ ਮੈਂ ਪਟੀਸ਼ਨ ਦਾਇਰ ਕਰ ਰਹੀ ਹਾਂ ਇਸ ਫੈਸਲੇ ਦੇ ਖਿਲਾਫ, ਪ੍ਰੋਵਿੰਸ ਦੇ ਫੈਸਲੇ ਦੇ ਖਿਲਾਫ। ਉਸ ਤੋਂ ਬਾਅਦ ਮਿਨਿਸਟਰ ਮਾਈਕ ਫੈਨਵਰਥ ਨੇ ਤੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਕਿਹਾ ਹੀ। ਜਦੋਂ ਮੈਂ ਉਹਨਾਂ ਤੋਂ ਇਹ ਸਵਾਲ ਵੀ ਪੁੱਛਿਆ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਖਰਚਾ ਹੈ ਇਹ ਸਰੀ ਦੇ ਟੈਕਸ ਪੇਅਰਸ ਲਈ ਜਾਇਜ਼ ਹੈ, ਕਿਉਂਕਿ ਉਹ ਪਹਿਲਾਂ ਹੀ $8 ਮਿਲੀਅਨ ਪਰ ਮਹੀਨਾ ਦੇ ਰਹੇ ਨੇ ਦੋਵੇਂ ਪੁਲਿਸ ਫੋਰਸ ਨੂੰ ਸਾਂਭਣ ਲਈ। ਇੱਥੇ ਸਰੀ ਦੀ ਦਿੱਕਤ ਇਹ ਹੋ ਗਈ ਕਿ ਅੱਧਾ ਪ੍ਰੋਸੈਸ ਹੋ ਚੁੱਕਾ ਹੈ, ਜਿਵੇਂ ਕਹਿੰਦਾ ਅੱਧੀ ਕੱਚੀ ਤੇ ਅੱਧੀ ਪੱਕੀ ਰੋਟੀ ਹੋਈ ਹੈ ਕਿ ਅੱਧੀ ਤਾਂ ਪੁਲਿਸ ਇੱਥੇ ਆਰਸੀਐਮਪੀ ਹੈ ਤੇ ਅੱਧੀ ਸਰੀ ਪੁਲਿਸ ਦੀ ਭਰਤੀ ਹੋ ਗਈ। ਪਿਛਲੇ 1.5 2 ਸਾਲ 3 ਸਾਲ ਉਹਨਾਂ ਦੀ ਭਰਤੀ ਹੁੰਦੀ ਰਹੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਆਰਸੀਐਮਪੀ ਮਹਿੰਗੀ ਪੈ ਰਹੀ ਹੈ ਕਿ ਸਰੀ ਪੁਲਿਸ ਮਹਿੰਗੀ ਪੈ ਰਹੀ ਹੈ। ਇਹਦੇ ਵਿੱਚ 19-21 ਦਾ ਹੀ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਲੇਕਿਨ ਹੁਣ ਜਿਹੜੇ ਮੇਅਰ ਨੇ, ਮੇਅਰ ਬ੍ਰੈਂਡਾ ਲੌਕ, ਇਹ ਦਰਸਾ ਰਹੇ ਨੇ ਵੀ ਇਹ ਤਾਂ ਭਾਰ ਪੈ ਜਾਏਗਾ। ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਇੱਥੇ, ਆਏ ਦਿਨ ਚੌਥੇ ਦਿਨ ਗੈਂਗ ਵਾਰ ਹੋ ਰਹੀ ਹੈ, ਕਨਫਲਿਕਟ ਹੋ ਰਹੀ ਹੈ। ਸਰੀ ਸੈਂਟਰ ਹੈ, ਡੈਂਸਿਟੀ ਆਫ ਪੋਪੂਲੇਸ਼ਨ ਹੈ, ਪੰਜਾਬੀ ਵਸੋਂ, ਸਾਊਥ ਏਸ਼ੀਅਨ ਕਮਿਊਨਿਟੀਜ਼, ਇੱਥੇ ਕੰਪਲੈਕਸਿਟੀ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ ਸਰੀ ਸ਼ਹਿਰ ਵਿੱਚ ਬਿਲਬੋਰਡ ਤੇ, ਡਿਜੀਟਲ ਮੀਡੀਆ ਤੇ ਜਾਂ ਤੁਹਾਡੇ ਘਰਾਂ ਵਿੱਚ ਆਉਂਦੇ ਮੇਲ ਫਲਾਇਰ ਤੇ ਕੋਈ ਪਬਲਿਕ ਐਜੂਕੇਸ਼ਨ ਕੈਂਪੇਨ ਦੇਖਿਆ ਹੈ ਜਿਸ ਵਿੱਚ ਸਰੀ ਦੀ ਪੁਲਿਸ ਟ੍ਰਾਂਜੈਕਸ਼ਨ ਦੀ ਕਾਸਟ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਕਿ ਤੁਹਾਨੂੰ ਚਿੰਤਿਤ ਹੋਣ ਦੀ ਲੋੜ ਹੈ। ਸਰੀ ਦੇ ਮੇਅਰ ਬ੍ਰੈਂਡਾ ਲੌਕ ਦਾ ਕਹਿਣਾ ਹੈ ਕਿ ਇਹ ਜਿਹੜਾ ਕੈਂਪੇਨ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਦੀ ਲਾਗਤ ਕੁੱਲ $5 ਲੱਖ ਦੱਸੀ ਜਾ ਰਹੀ ਹੈ, ਇਹ ਸਰੀ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਟ੍ਰਾਂਜੈਕਸ਼ਨ ਲਈ ਉਹ ਕਿੰਨਾ ਖਰਚੇ ਦਾ ਭੁਗਤਾਨ ਕਰ ਰਹੇ ਨੇ। ਪਰ ਇੱਥੇ ਸਵਾਲ ਇਹ ਬਣਦਾ ਹੈ ਕਿ ਜਿੱਥੇ ਪਹਿਲਾਂ ਹੀ ਟ੍ਰਾਂਜੈਕਸ਼ਨ ਸਾਨੂੰ ਇੰਨੀ ਮਹਿੰਗੀ ਪੈ ਰਹੀ ਹੈ, ਜਿਸ ਦੇ ਕਾਰਨ ਸਾਨੂੰ ਪਹਿਲਾਂ ਹੀ ਟੈਕਸ ਇੰਨਾ ਜ਼ਿਆਦਾ ਦੇਣਾ ਪੈ ਰਿਹਾ ਹੈ, ਉਹਦੇ ਵਿੱਚ ਐਡ ਕੈਂਪੇਨ ਦਾ ਅਣਡਿੱਠਾ ਖਰਚਾ ਕਿੱਥੋਂ ਤੱਕ ਜਾਇਜ਼ ਹੈ। ਅੱਜ ਰੈਡ ਐਫਐਮ ਦੇ ਇਸ ਸਪੈਸ਼ਲ ਫੀਚਰ ਵਿੱਚ ਇਸ ਮੁੱਦੇ ਨੂੰ ਅਸੀਂ ਵਿਚਾਰਾਂਗੇ। ਮੇਰੇ ਨਾਲ ਹਨ ਸੀਨੀਅਰ ਜਰਨਲਿਸਟ ਰਿਤੇਸ਼ ਲਾਖੀ, ਜੋ ਕਿ ਆਪਣੇ ਵਿਚਾਰ ਦੱਸਣਗੇ। ਰਿਤੇਸ਼ ਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ ਪਰਮੀਤ ਜੀ। ਰਿਤੇਸ਼ ਜੀ, ਤੁਸੀਂ ਵੀ ਬਿਲਬੋਰਡ ਤੇ ਇਹ ਇਸ਼ਤਿਹਾਰ ਦੇਖੇ ਹੋਣਗੇ ਜਿਸ ਨੂੰ ਐਨਡੀਪੀ ਪੁਲਿਸ ਟ੍ਰਾਂਜੈਕਸ਼ਨ ਕਿਹਾ ਜਾ ਰਿਹਾ ਹੈ, ਕੈਂਪੇਨ ਕਿਹਾ ਜਾ ਰਿਹਾ ਹੈ। ਮੇਅਰ ਬ੍ਰੈਂਡਾ ਲੌਕ ਅਨੁਸਾਰ ਸਰੀ ਦੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਇਸ ਕੈਂਪੇਨ ਬਾਰੇ, ਇਸ ਦੇ ਖਰਚੇ ਬਾਰੇ ਅਤੇ ਉਹਨਾਂ ਨੂੰ ਕਿੰਨਾ ਕੁ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਤੁਹਾਡੇ ਅਨੁਸਾਰ ਜਿਹੜਾ ਇਹ ਐਡ ਕੈਂਪੇਨ ਸ਼ੁਰੂ ਕੀਤਾ ਗਿਆ ਹੈ, ਇਹ ਸਰੀ ਦੇ ਲੋਕਾਂ ਦੇ ਹੱਕ ਵਿੱਚ ਹੈ? ਦੇਖੋ ਜੀ, ਬਿਲਕੁਲ ਹੱਕ ਵਿੱਚ ਨਹੀਂ ਹੈ, ਇਹ ਫਜ਼ੂਲ ਖਰਚੀ ਹੈ ਜੀ। ਇਨਫੈਕਟ $5 ਲੱਖ ਦੀ ਜਿਹੜੀ ਫਿਗਰ, ਯਾਨੀ ਕਿ ਇੱਕ ਆਕਾਰ ਹੈ ਜੋ ਕਿ ਖਰਚੇ ਦਾ, ਇਸ ਪੂਰੀ ਮੀਡੀਆ ਬਲਿਟਸ ਕਹਾਂਗੇ, ਪਬਲਿਸਿਟੀ ਦਾ ਕੈਂਪੇਨ ਹੈ, ਇਸ ਵਿੱਚ ਰੇਡੀਓ ਐਡਵਰਟੀਜ਼ਮੈਂਟ ਹੈ ਤੇ ਇਹ ਸਾਰੇ ਦੇ ਸਾਰੇ ਜਿਹੜੇ ਐਡ ਸਿਟੀ ਆਫ ਸਰੀ ਨੇ ਸਪਾਂਸਰ ਕੀਤੇ ਨੇ ਤੇ ਕਿਹਾ ਜਾ ਰਿਹਾ ਕਿ ਐਨਡੀਪੀ ਜਿਹੜੀ ਕਿ ਪ੍ਰੋਵਿੰਸ਼ੀਅਲ ਸਰਕਾਰ ਦਾ ਇੱਕ ਪੁਲਿਸ ਟੈਕਸ ਹੈ ਜੋ ਕਿ ਸਰੀ ਨਿਵਾਸੀਆਂ ਦੇ ਉੱਤੇ ਪਾਇਆ ਜਾ ਰਿਹਾ ਹੈ। ਸੋ ਇਹ ਬੇਸਿਕਲੀ ਬੇਲੋੜਾ ਖਰਚਾ ਹੈ ਜਿਸ ਦੀ ਕੋਈ ਲੋੜ ਨਹੀਂ, ਕਿਉਂਕਿ ਆਲਰੇਡੀ ਸਰੀ ਦੀ ਪੁਲਿਸਿੰਗ ਦਾ ਜਿਹੜਾ ਮਾਮਲਾ ਹੈ ਉਸ ਦੇ ਉੱਤੇ ਫੈਸਲਾ ਆ ਚੁੱਕਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਹੁਣ ਸਰੀ ਪੁਲਿਸ ਇੱਥੋਂ ਦੀ ਪੁਲਿਸ ਆਫ ਜੂਰਿਸਡਿਕਸ਼ਨ ਹੋਏਗੀ, ਯਾਨੀ ਕਿ ਸ਼ਹਿਰ ਦੀ। ਜੀ ਹੁਣ ਆਰਸੀਐਮਪੀ ਇਸ ਵਕਤ ਮੌਜੂਦਾ ਪੁਲਿਸ ਹੈ ਤੇ ਉਸ ਦੀ ਟ੍ਰਾਂਜੀਸ਼ਨ ਆਉਣ ਵਾਲੇ 2.5-3 ਸਾਲਾਂ ਦੇ ਵਿੱਚ ਮੁਕੰਮਲ ਹੋਣੀ ਹੈ, ਪੂਰੀ ਹੋਣੀ ਹੈ। ਅੱਧਾ ਤਾਂ ਟ੍ਰਾਂਜੀਸ਼ਨ ਹੋ ਚੁੱਕਾ ਹੈ, ਪਿਛਲੇ ਤਕਰੀਬਨ 3.5-4 ਸਾਲਾਂ ਤੋਂ ਪੂਰਾ ਦਾ ਪੂਰਾ ਪ੍ਰੋਸੈਸ ਔਨ ਹੈ। ਪਿਛਲੇ ਸਾਲ ਮੇਅਰ ਬ੍ਰੈਂਡਾ ਲੌਕ ਜਦੋਂ ਕਾਰਜਭਾਰ ਸਾਂਭਦੇ ਨੇ, ਉਹਨਾਂ ਨੇ ਇੱਕ ਨਵੀਂ ਕੋਸ਼ਿਸ਼ ਕੀਤੀ ਤੇ ਸਿਟੀ ਆਫ ਸਰੀ ਦੇ ਵਿੱਚ ਮੋਸ਼ਨ ਲਿਆ ਕੇ ਪੂਰਾ ਦਾ ਪੂਰਾ ਟ੍ਰਾਂਜੀਸ਼ਨ ਦਾ ਪ੍ਰੋਸੈਸ ਰਿਵਰਸ ਕਰਤਾ। ਉਸ ਰਿਵਰਸਲ ਤੋਂ ਬਾਅਦ ਉਸ ਨੂੰ ਓਵਰਰੂਲ ਕਰਤਾ ਗਿਆ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ। ਹੁਣ ਮੁੱਦਾ ਇਹ ਹੈ ਕਿ ਕੀ ਤੁਸੀਂ ਪੁਲਿਸ ਨੂੰ ਬਦਲਣਾ ਚਾਹੁੰਦੇ ਹੋ, ਨਹੀਂ ਬਦਲਣਾ ਚਾਹੁੰਦੇ ਹੋ, ਲੇਕਿਨ ਇਸ ਉੱਤੇ ਵਿਰਾਮ ਲੱਗ ਚੁੱਕਾ ਹੈ। ਫਾਈਨਲੀ ਜਦੋਂ ਕੁਝ ਮਹੀਨੇ ਪਹਿਲਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਫੈਸਲਾ ਸੁਣਾਤਾ ਕਿ ਸਰੀ ਦੇ ਵਿੱਚ ਸਰੀ ਪੁਲਿਸ, ਯਾਨੀ ਕਿ ਭਵਿੱਖ ਦੀ ਪੁਲਿਸ ਸਰੀ ਪੁਲਿਸ ਹੋਏਗੀ, ਆਰਸੀਐਮਪੀ ਨਹੀਂ ਰਹੇਗੀ। ਇਸ ਤੋਂ ਬਾਅਦ ਮੇਅਰ ਬ੍ਰੈਂਡਾ ਲੌਕ ਅਦਾਲਤ ਦੇ ਵਿੱਚ ਚੁਣੌਤੀ ਦੇ ਦਿੰਦੇ ਨੇ ਇਸ ਫੈਸਲੇ ਨੂੰ। ਸੋ ਮੁਕੱਦਮਾ ਅਦਾਲਤ ਦੇ ਵਿੱਚ ਪਹੁੰਚ ਚੁੱਕਾ, ਉੱਥੇ ਲੜਿਆ ਜਾਣਾ ਚਾਹੀਦਾ। ਉਸ ਦੀਆਂ ਆਪਣੀ ਕਾਸਟਸ ਹੈਗੀਆਂ ਨੇ, ਉਸ ਦਾ ਲੀਗਲ ਖਰਚਾ, ਕਾਨੂੰਨੀ ਜਿਹੜੀ ਪੈਰਵੀ ਕਰਨੀ ਹੈ, ਲੀਗਲ ਫੀਸ ਤੁਸੀਂ ਵਕੀਲਾਂ ਨੂੰ ਦੇਣੀ ਹੈ, ਉਹਨੂੰ ਵੀ ਬੇਲੋੜਾ ਦੱਸਿਆ ਜਾ ਰਿਹਾ ਕਿ ਜਦੋਂ ਫੈਸਲੇ ਹੋ ਚੁੱਕਾ, ਇੰਨਾ ਚਿੰਤਨ, ਇੰਨਾ ਜਿਹਨੂੰ ਕਹਿੰਦੇ ਵੀ ਮਤਲਬ ਪੂਰਾ ਰਿੜਕ ਲਿਆ ਗਿਆ ਇਸ ਪੂਰੇ ਮੁੱਦੇ ਨੂੰ। ਲੇਕਿਨ ਇਸ ਦੇ ਬਾਵਜੂਦ ਮੇਅਰ ਦੀ ਕੀ ਪਰਸਨਲ ਈਗੋ ਦਾ ਵਿਸ਼ਾ ਅਟਕਾ ਹੋਇਆ ਹੈ ਜਾਂ ਫਿਰ ਕੋਈ ਅਜਿਹੀ ਲੌਬਿੰਗ ਹੋ ਰਹੀ ਹੈ ਪਿੱਛੇ ਜਿਸ ਤੋਂ ਕਿ ਮੇਅਰ ਬ੍ਰੈਂਡਾ ਲੌਕ ਬੈਕ ਟਰੈਕ ਨਹੀਂ ਕਰ ਪਾ ਰਹੇ। ਹੁਣ ਇਹ ਚੀਜ਼ ਸਮਝ ਨਹੀਂ ਆ ਰਹੀ, ਕਿਉਂਕਿ ਮੇਅਰ ਤਾਂ ਕਹਿ ਰਹੇ ਨੇ ਕਿ ਉਹ ਤਾਂ ਸੂਬੇ ਦੇ, ਇਨਫੈਕਟ ਉਹਨਾਂ ਨੇ ਇੱਕ ਪਲੀ ਲੈ ਲਈ ਹੈ ਜੀ ਕਿ ਮੇਰੀ ਜਿਹੜਾ ਚੋਣ ਬਤੌਰ ਮੇਅਰ ਹੋਇਆ ਉਹ ਪੁਲਿਸ ਦੇ ਮੁੱਦੇ ਤੇ ਹੋਇਆ ਸੀ। ਮੇਰਾ ਕੰਮ ਸੀ ਕਿ ਮੈਂ ਆਰਸੀਐਮਪੀ ਨੂੰ ਬਹਾਲ ਰੱਖਣ ਲਈ ਹੀ ਮੇਅਰ ਬਣੀ ਆ ਤੇ ਮੈਂ ਉਹਦੇ ਲਈ ਪੂਰਾ ਜ਼ੋਰ ਲਾਵਾਂਗੀ, ਜਦੋਂ ਕਿ ਨਾ ਤਾਂ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ। ਇਨਫੈਕਟ ਇਸ ਚੀਜ਼ ਲਈ ਬ੍ਰਿਟਿਸ਼ ਕੋਲੰਬੀਆ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇੱਕ ਕਾਨੂੰਨ ਲਿਆਂਦਾ ਗਿਆ ਤੇ ਉਹ ਕੱਲਾ ਸਿਰਫ BC ਜਾਂ ਫਿਰ ਕਹਿ ਲਈਏ ਕਿ ਸਰੀ ਦੇ ਵਾਸਤੇ ਨਹੀਂ ਸੀ ਮਿਊਨਿਸਪੈਲਿਟੀ, ਬਲਕਿ ਸਾਰੀ ਮਿਊਨਿਸਪੈਲਿਟੀਆਂ ਦੇ ਵਿੱਚ ਜੇ ਇਸ ਤਰੀਕੇ ਦਾ ਰੇੜਕਾ ਕੋਈ ਹੁੰਦਾ ਹੈ ਜਿਸ ਦੇ ਵਿੱਚ ਕਿ ਸਿਟੀ ਕਹਿ ਰਹੀ ਹੈ ਕਿ ਸਾਨੂੰ ਇਹ ਵਾਲੀ ਪੁਲਿਸ ਚਾਹੀਦੀ ਹੈ, ਸਾਨੂੰ ਆਰਸੀਐਮਪੀ ਚਾਹੀਦੀ ਹੈ, ਤੇ ਪ੍ਰੋਵਿੰਸ਼ੀਅਲ ਸਰਕਾਰ ਕਹਿੰਦੀ ਹੈ ਕਿ ਨਹੀਂ, ਤੁਹਾਡੀ ਪਹਿਲੀ ਜਿਹੜੀ ਕਾਉਂਸਲ ਸੀ ਉਹਨੇ ਫੈਸਲਾ ਲਿਆ ਵੀ ਸਰੀ ਪੁਲਿਸ ਹੀ ਜਿਹੜੀ ਮਿਊਨਿਸਪਲ ਫੋਰਸ ਹੋਏਗੀ। ਸੋ ਉਹਦੇ ਜਦੋਂ ਰੇੜਕਾ ਹੋਏਗਾ ਤਾਂ ਫਿਰ ਫਾਈਨਲ ਫੈਸਲਾ ਪ੍ਰੋਵਿੰਸ਼ੀਅਲ ਸਰਕਾਰ ਦਾ ਹੋਏਗਾ।
ਇਹ ਚੀਜ਼ ਪਹਿਲਾਂ ਵੀ ਨਿਰਧਾਰਿਤ ਸੀ, ਲੇਕਿਨ ਇਸ ਚੀਜ਼ ਨੂੰ ਦੁਬਾਰਾ ਐਸਰਟ ਕਰਨ ਲਈ ਇੱਥੋਂ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਕੀਤਾ ਗਿਆ। ਉਸ ਤੋਂ ਬਾਅਦ ਚੀਜ਼ਾਂ ਫਾਈਨਲ ਕਰਤੀਆਂ ਗਈਆਂ। ਹੁਣ ਉਸ ਕਾਨੂੰਨ ਨੂੰ ਚੁਣੌਤੀ ਦੇਤੀ ਹੈ ਮੇਅਰ ਬ੍ਰੈਂਡਾ ਲੌਕ ਨੇ, ਲੇਕਿਨ ਉਸ ਦੇ ਬਾਵਜੂਦ ਜਦੋਂ ਮਾਮਲਾ ਹੁਣ ਕਹਿੰਦੇ ਨੇ ਸਬ ਜੁਡਿਸ ਹੋ ਗਿਆ ਮੈਟਰ, ਅਦਾਲਤ ਦੇ ਵਿੱਚ ਮੁਕੱਦਮਾ ਚਲਾ ਗਿਆ, ਉਸ ਦੇ ਬਾਵਜੂਦ ਵੀ ਜਿਹੜੀ ਪਬਲਿਸਿਟੀ ਕੈਂਪੇਨ ਹੈ, ਵੈਸੇ ਤਾਂ ਮੈਨੂੰ ਲੱਗਦਾ ਕਿ ਲੀਗਲੀ ਤੇ ਐਥੀਕਲੀ ਗਲਤ ਹੈ, ਐਥੀਕਲੀ ਵੀ ਗਲਤ ਹੈ, ਲੀਗਲੀ ਵੀ। ਜਦੋਂ ਕੋਈ ਮੁਕੱਦਮਾ ਅਦਾਲਤ ਦੇ ਵਿੱਚ ਚਲਾ ਜਾਂਦਾ ਹੈ, ਮੈਂ ਇੰਡੀਅਨ ਸਟੈਂਡਰਡਸ ਦੇ ਜਾਂ ਸਾਊਥ ਏਸ਼ੀਅਨ ਸਟੈਂਡਰਡਸ ਦੀ ਗੱਲ ਕਰਾਂ, ਅਦਾਲਤਾਂ ਦੇ ਵਿੱਚ ਮੁਕੱਦਮਿਆਂ ਨੂੰ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਮਰਦਮਸ਼ੁਮਾਰੀ ਲੈ ਕੇ ਨਹੀਂ ਤੁਰ ਸਕਦੇ ਹੋ ਵੀ ਤੁਸੀਂ ਕਹੋ ਜੀ ਮੈਂ ਇਹਦੇ ਉੱਤੇ ਇੱਕ ਕੰਸੈਂਸਸ ਡਰਾ ਕਰਨਾ ਹੈ, ਮੈਂ ਇਹਦੇ 'ਤੇ ਕੋਈ ਪਲੇਬਸਾਈਟ ਕਰਨਾ ਹੈ ਜੀ ਕਿ ਪੁਲਿਸਿੰਗ ਦੇ ਉੱਤੇ ਵੋਟ ਪਾਈ ਜਾਏ, ਲੋਕ ਮੈਨੂੰ ਸਮਰਥਨ ਦੇਣ। ਸੋ $5 ਲੱਖ ਤਾਂ ਇਟਸ ਨੀਡਲੈਸ ਮਨੀ ਦੈਟ ਇਜ਼ ਗੋਇੰਗ ਡਾਊਨ ਦ ਡਰੇਨ। ਜਦੋਂ ਕੇਸ ਸ਼ੁਰੂ ਕੀਤਾ ਗਿਆ ਸੀ ਅਤੇ ਜਦੋਂ ਮੇਅਰ ਬ੍ਰੈਂਡਾ ਲੌਕ ਨੇ ਪਹਿਲੀ ਵਾਰ ਕਿਹਾ ਸੀ ਕਿ ਮੈਂ ਪਟੀਸ਼ਨ ਦਾਇਰ ਕਰ ਰਹੀ ਹਾਂ ਇਸ ਫੈਸਲੇ ਦੇ ਖਿਲਾਫ, ਪ੍ਰੋਵਿੰਸ ਦੇ ਫੈਸਲੇ ਦੇ ਖਿਲਾਫ, ਉਸ ਤੋਂ ਬਾਅਦ ਮਿਨਿਸਟਰ ਮਾਈਕ ਫੈਨਵਰਥ ਨੇ ਤੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਕਿਹਾ ਹੀ। ਜਦੋਂ ਮੈਂ ਉਹਨਾਂ ਤੋਂ ਇਹ ਸਵਾਲ ਵੀ ਪੁੱਛਿਆ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਖਰਚਾ ਹੈ ਇਹ ਸਰੀ ਦੇ ਟੈਕਸ ਪੇਅਰਸ ਲਈ ਜਾਇਜ਼ ਹੈ, ਕਿਉਂਕਿ ਉਹ ਪਹਿਲਾਂ ਹੀ $8 ਮਿਲੀਅਨ ਪਰ ਮਹੀਨਾ ਦੇ ਰਹੇ ਨੇ ਦੋਵੇਂ ਪੁਲਿਸ ਫੋਰਸ ਨੂੰ ਸਾਂਭਣ ਲਈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਤੇ ਯਕੀਨ ਕਰੋ ਕਿ ਟ੍ਰਾਂਜੈਕਸ਼ਨ ਦਾ ਖਰਚਾ ਅਤੇ ਜਿਹੜਾ ਕੇਸ ਦਾ ਖਰਚਾ ਹੈ ਇਹਦੇ ਵਿੱਚ ਕੋਈ ਕੰਪੈਰੀਜ਼ਨ ਨਹੀਂ, ਇਹ ਬਹੁਤ ਹੀ ਮਾਮੂਲੀ ਖਰਚਾ ਹੈ। ਪਰ ਇੱਥੇ ਸਵਾਲ ਇਹ ਬਣਦਾ ਹੈ ਕਿ ਜੇਕਰ ਮੇਅਰ ਲੌਕ ਦੀ ਜਿਹੜੀ ਇਹ ਪਟੀਸ਼ਨ ਹੈ ਸਫਲ ਹੁੰਦੀ ਹੈ, ਅਸਫਲ ਹੁੰਦੀ ਹੈ, ਤਾਂ ਜਿਹੜੇ ਸਰੀ ਦੇ ਟੈਕਸ ਪੇਅਰਸ ਦਾ ਖਰਚਾ ਹੈ ਉਹ ਤੇ ਪੈਣਾ ਹੀ ਪੈਣਾ ਕੇਸ ਦਾ, ਔਰ ਦੂਜੀ ਪੁਲਿਸ ਫੋਰਸ ਦਾ ਵੀ ਪੈਣਾ ਹੈ, ਅਤੇ ਇਸ ਤੋਂ ਇਲਾਵਾ ਹੁਣ ਐਡ ਕੈਂਪੇਨ ਦਾ ਵੀ ਖਰਚਾ ਪੈ ਰਿਹਾ ਹੈ। ਇਹਦੇ ਵਿੱਚ ਅਸੀਂ ਗੱਲ ਕਰਨਾ ਚਾਹਾਂਗੇ ਹੋਰ ਐਮਿਨਿਟੀਜ਼ ਬਾਰੇ ਜਿਨ੍ਹਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ। ਤੁਸੀਂ ਸਕੂਲਸ ਦੀ ਗੱਲ ਕਰੋ, ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰੋ, ਤੁਸੀਂ ਟਰਾਂਸਪੋਰਟ ਦੀ ਗੱਲ ਕਰੋ, ਜਾਂ ਤੁਸੀਂ ਓਵਰਆਲ ਡਿਵੈਲਪਮੈਂਟ ਦੀ ਗੱਲ ਕਰੋ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਵਿਵਾਦ ਦਾ ਮੁੱਦਾ ਹੈ ਇਹ ਪਿਛਲੇ ਕੁਝ ਸਾਲਾਂ ਤੋਂ ਜੋ ਚੱਲ ਰਿਹਾ ਖਤਮ ਹੋਣ ਦਾ ਨਾਂ ਅਜੇ ਵੀ ਨਹੀਂ ਲੈ ਰਿਹਾ ਹੈ। ਕੁਝ ਨਾ ਕੁਝ ਨਵੀਂ ਲੜੀ ਇਸ ਵਿੱਚ ਜੁੜਦੀ ਜਾ ਰਹੀ ਹੈ। ਹੁਣ ਅਸੀਂ ਗੱਲ ਕਰ ਰਹੇ ਹਾਂ ਨਵੇਂ ਇਸ ਪ੍ਰੋਬਲਮ ਦੀ, ਜਿੱਥੇ ਮਾਈਕ ਫੈਨਵਰਥ ਦਾ ਕਹਿਣਾ ਹੈ ਕਿ ਅਗਲੇ ਸਾਲ ਤੱਕ ਇਹ ਟ੍ਰਾਂਜੈਕਸ਼ਨ ਪੂਰੀ ਹੋ ਜਾਣੀ ਚਾਹੀਦੀ ਹੈ। ਉਹਨਾਂ ਨੇ ਕੁਝ ਆਫਿਸਰ ਵੀ ਨਿਰਧਾਰਿਤ ਕੀਤੇ ਨੇ, ਪਰ ਕਮਿਊਨੀਕੇਸ਼ਨ ਗੈਪ ਇੰਨਾ ਜ਼ਿਆਦਾ ਹੈ ਕਿ ਇਸ ਚੀਜ਼ ਵਿੱਚ ਗਰੋਥ ਕਿੰਨੀ ਹੋ ਰਹੀ ਹੈ, ਡਿਵੈਲਪਮੈਂਟ ਕਿੰਨੀ ਹੋ ਰਹੀ ਹੈ, ਟ੍ਰਾਂਜੈਕਸ਼ਨ ਕਿਹੜੇ ਪੜਾਅ ਤੱਕ ਪਹੁੰਚੀ ਹੈ, ਇਸ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਤੁਹਾਨੂੰ ਉਦੇਸ਼ ਕੀ ਲੱਗਦਾ ਹੈ ਕਿ ਜਿਹੜੀ ਟ੍ਰਾਂਸਪੇਰੈਂਸੀ ਦੀ, ਜਿਹੜੀ ਪਾਰਦਰਸ਼ਤਾ ਦੀ ਹਮੇਸ਼ਾ ਦੁਹਾਈ ਦਿੱਤੀ ਜਾ ਰਹੀ ਹੈ ਦੋਵੇਂ ਪੱਖਾਂ ਵੱਲੋਂ, ਅਤੇ ਜਦੋਂ ਮੇਅਰ ਲੌਕ ਨੇ ਪਹਿਲਾਂ ਮੇਅਰ ਜਿਹੜੇ ਸਾਬਕਾ ਮੇਅਰ ਡਗ ਮੈਕਲਮ ਦੇ ਡਿਸੀਜਨ ਨੂੰ ਸਪੋਰਟ ਕੀਤਾ, ਪਰ ਉਸ ਤੋਂ 2 ਸਾਲ ਬਾਅਦ ਉਹ ਬੈਕ ਟਰੈਕ ਹੋ ਗਏ ਇਹ ਕਹਿੰਦੇ ਹੋਏ ਕਿ ਇਸ ਫੈਸਲੇ ਵਿੱਚ ਪਾਰਦਰਸ਼ਤਾ ਨਹੀਂ ਹੈ, ਟੈਕਸ ਪੇਅਰਸ ਦੀ ਮਨੀ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਪਰ ਅੱਜ ਦੀ ਡੇਟ ਵਿੱਚ ਵੀ ਸਾਡੇ ਕੋਲ ਪਾਰਦਰਸ਼ਤਾ ਨਹੀਂ ਹੈ। ਕੋਈ ਮਿਨਿਸਟਰ ਕੋਈ ਕਹਿੰਦਾ ਹੈ ਫਿਗਰ ਕਹਿੰਦਾ ਹੈ, ਕੋਈ ਅਤੇ ਕੋਈ ਮੇਅਰ ਕੋਈ ਫਿਗਰ ਦੇ ਰਿਹਾ ਹੈ, ਤੇ ਇਹਦੇ ਵਿੱਚ ਪਾਰਦਰਸ਼ਤਾ ਅਜੇ ਵੀ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਅੱਗੇ ਸਾਡੇ ਸਾਹਮਣੇ ਕੀ ਪਿਕਚਰ ਆਏਗੀ? ਮੈਨੂੰ ਤਾਂ ਬੜੀ ਨੌਨਸੈਂਸਿਕਲ ਦੀ ਡਿਬੇਟ ਲੱਗਦੀ ਹੈ। ਤੁਸੀਂ ਦੇਖੋ ਕਿ ਜੇ ਆਪਾਂ ਕੈਨੇਡਾ ਦੇ ਵਿੱਚ, ਆਪਾਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, RCMP ਦਾ ਡਿਟੈਚਮੈਂਟਸ ਹੁੰਦੀਆਂ ਨੇ, ਅਲੱਗ-ਅਲੱਗ ਸ਼ਹਿਰ ਜਿਹੜੇ ਨੇ ਉਹਨਾਂ ਕੋਲ ਅਖਤਿਆਰ ਹੁੰਦਾ, ਉਹਨਾਂ ਦੀ ਮਿਊਨਿਸਪੈਲਿਟੀ ਅਕਸਰ ਡਿਸਾਈਡ ਕਰਦੇ ਨੇ ਵੀ ਉਹਨਾਂ ਨੇ ਕਿਹੜੀ ਪੁਲਿਸ ਰੱਖਣੀ ਹੈ, ਲੇਕਿਨ ਇੱਕ ਸੁਰਤਾ ਹੁੰਦੀ ਹੈ। ਇੱਕ ਸਿਟੀ ਕਾਉਂਸਲ ਜੇ ਕਹਦੇ ਵੀ ਅੱਜ ਅਸੀਂ RCMP ਨੂੰ ਮੇਨਟੇਨ ਕਰਨਾ ਹੈ ਜਾਂ ਅਸੀਂ ਪੁਲਿਸ ਬਦਲਣੀ ਹੈ, ਆਪਣੀ ਮਿਊਨਿਸਪਲ ਫੋਰਸ ਬਦਲਣੀ ਹੈ, ਤਾਂ ਅਗਲੀ ਜਿਹੜੀ ਕਾਉਂਸਲ ਹੈ ਉਸ ਨੂੰ ਪਹਿਲੀ ਕਾਉਂਸਲ ਦੇ ਫੈਸਲੇ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਹੁਣ ਪਿਛਲੀ ਕਾਉਂਸਲ ਜੋ ਤੁਸੀਂ ਸਾਬਕਾ ਮੇਅਰ ਡਗ ਮੈਕਲਮ ਦਾ ਨਾਂ ਲਿਆ, ਉਹਨਾਂ ਨੇ ਫੈਸਲਾ ਲਿਆ ਕਿ ਆਪਾਂ RCMP ਨੂੰ ਹਟਾ ਕੇ ਤੇ ਸਰੀ ਪੁਲਿਸ ਰੱਖਾਂਗੇ। ਸਰੀ ਪੁਲਿਸ ਦਾ ਮਤਲਬ ਮਿਊਨਿਸਪਲ ਪੁਲਿਸ ਫੋਰਸ, ਜਿਵੇਂ ਸ਼ਹਿਰਾਂ ਦੀ ਪੁਲਿਸ ਹੁੰਦੀ ਹੈ, ਜਿਵੇਂ ਡੈਲਟਾ ਦੀ ਅਲੱਗ ਪੁਲਿਸ ਹੈ, ਵੈਨਕੂਵਰ ਦੀ VPD ਹੈ, ਵਿਕਟੋਰੀਆ ਦੀ ਵਿਕਟੋਰੀਆ ਪੁਲਿਸ ਡਿਪਾਰਟਮੈਂਟ ਹੈ, ਲੇਕਿਨ ਕਈ ਥਾਂ ਤੇ ਡਿਟੈਚਮੈਂਟਸ ਵੀ ਹੈ, ਜਿਵੇਂ ਨਿਊ ਵੈਸਟਮਿੰਸਟਰ ਦੀ ਪੁਲਿਸ ਡਿਪਾਰਟਮੈਂਟ ਹੈ, ਬਰਨਬੀ ਦੇ ਵਿੱਚ ਮਾਊਂਟੀਜ਼ ਨੇ RCMP। ਸੋ ਅਲੱਗ-ਅਲੱਗ ਕਿਤੇ ਮਿਊਨਿਸਪੈਲਿਟੀਜ਼ ਹੈ, ਕਿਤੇ RCMP ਜੋ ਕਿ ਫੈਡਰਲ ਪੁਲਿਸ ਹੈ, ਲੇਕਿਨ ਉਸ ਦੀਆਂ ਡਿਟੈਚਮੈਂਟਸ ਹੁੰਦੀਆਂ ਨੇ। ਹੁਣ ਡਿਟੈਚਮੈਂਟ ਜਦੋਂ ਕਿਸੇ ਵੀ ਸ਼ਹਿਰ ਦੇ ਵਿੱਚ ਲਾਤੀ ਜਾਂਦੀ ਹੈ, ਉਸ ਦੀ ਇੱਕ ਜਿਹੜੀ ਫੀਸ ਕਹਿ ਲਓ ਜਾਂ ਉਹਦਾ ਜਿਹੜਾ ਖਰਚਾ ਹੁੰਦਾ ਉਹ ਸਾਰਾ ਸਿਟੀ ਦੇ ਉੱਤੇ ਪੈਂਦਾ ਹੈ, ਤੇ ਉਸਦਾ ਇੱਕ ਸਿਰਫ 10 ਜਾਂ 15% ਅਮਾਊਂਟ ਜਿਹੜਾ ਹੈ ਉਹ ਫੈਡਰਲ RCMP ਦਿੰਦੀ ਹੈ, ਬਾਕੀ ਸਾਰਾ ਦਾ ਸਾਰਾ ਖਰਚਾ ਸਿਟੀ ਕਾਉਂਸਲ ਦੇ ਖਰਚੇ 'ਚ ਜਾਣਾ ਹੁੰਦਾ ਹੈ। ਸੋ ਮਸਲਾ ਇੰਨਾ ਕੁ ਸੀਗਾ ਕਿ ਪੁਰਾਣੀ ਕਾਉਂਸਲ ਨੇ ਫੈਸਲਾ ਲਿਆ ਕਿ ਅਸੀਂ ਚੇਂਜ ਕਰਾਂਗੇ, RCMP ਤੋਂ ਅਸੀਂ ਸਰੀ ਪੁਲਿਸ ਤੱਕ ਲਾਂਗੇ, ਤੇ ਉਹ ਫੈਸਲਾ ਲੈ ਲਿਆ ਗਿਆ, ਸਭ ਨੇ ਹਾਂ ਭਰਤੀ। ਉਸ ਵਕਤ ਇਹੀ ਮੇਅਰ ਬ੍ਰੈਂਡਾ ਲੌਕ ਨੇ ਹਾਮੀ ਭਰੀ ਸੀ ਉਸ ਟ੍ਰਾਂਜੀਸ਼ਨ ਲਈ, ਲੇਕਿਨ ਜਦੋਂ ਇਹ ਵਾਪਸ ਦੁਬਾਰਾ ਮੇਅਰ ਬਣ ਕੇ ਆਉਂਦੇ ਨੇ ਜਾਂ ਮੇਅਰ ਬਣ ਕੇ ਆਉਂਦੇ ਨੇ, ਉਸ ਵਕਤ ਇਹਨਾਂ ਦੇ ਸੁਰ ਬਦਲ ਗਏ। ਇਹਨਾਂ ਦੇ ਪਿੱਛੇ ਕਿਹੜੀ ਲੌਬੀ ਖੜੀ ਹੈ ਸਾਨੂੰ ਨਹੀਂ ਤਾਂ ਵੀ ਡੋਂਟ ਨੋ, ਲੇਕਿਨ ਇਹ ਕਹਿ ਰਹੇ ਨੇ ਜੀ ਨਹੀਂ ਸਾਨੂੰ ਤਾਂ RCMP ਨੂੰ ਮੇਨਟੇਨ ਕਰਕੇ ਰੱਖਣਾ ਹੈ। ਹੁਣ ਇਸ ਚੱਕਰ ਦੇ ਵਿੱਚ ਪੂਰੀ RCMP ਜੋ ਕਿ ਕੈਨੇਡਾ ਦੇ ਵਿੱਚ ਕਈ ਥਾਂ ਕਈ ਸ਼ਹਿਰਾਂ ਦੇ ਵਿੱਚ ਫੈਡਰਲ ਪੁਲਿਸ ਹੈ, ਉਹਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ। ਈਵਨ ਜਿਹੜੇ ਪ੍ਰੀਮੀਅਰ ਡੇਵਿਡ ਈਬੀ BC ਦੇ ਸੀ, ਉਹਨਾਂ ਨੇ ਕਹਿਤਾ ਵੀ ਅਸੀਂ ਹੋਰ ਥਾਂ ਤੋਂ ਵੀ RCMP ਨੂੰ ਫੇਜ਼ ਆਊਟ ਕਰਨ ਬਾਰੇ ਸੋਚ ਰਹੇ ਹਾਂ, ਕਿਉਂਕਿ RCMP ਦੀ ਸਮੱਸਿਆਵਾਂ ਆਪਣੀਆਂ ਨੇ। ਇੱਕ ਤਾਂ ਫੈਡਰਲ ਪੁਲਿਸ ਹੋਣ ਦੇ ਕਾਰਨ ਉਹਦੇ ਖਰਚੇ ਆਪਣੇ ਨੇ, ਉਹਨਾਂ ਦੇ ਕੋਲ ਲੋੜੀਂਦੇ ਅਫਸਰ ਨਹੀਂ ਹੈਗੇ ਨੇ। ਇੱਥੇ ਸਰੀ ਦੀ ਦਿੱਕਤ ਇਹ ਹੋ ਗਈ ਕਿ ਅੱਧਾ ਪ੍ਰੋਸੈਸ ਹੋ ਚੁੱਕਾ ਹੈ, ਜਿਵੇਂ ਕਹਿੰਦਾ ਅੱਧੀ ਕੱਚੀ ਤੇ ਅੱਧੀ ਪੱਕੀ ਰੋਟੀ ਹੋਈ ਹੈ, ਕਿ ਅੱਧੀ ਤਾਂ ਪੁਲਿਸ ਇੱਥੇ RCMP ਹੈ ਤੇ ਅੱਧੀ ਸਰੀ ਪੁਲਿਸ ਦੀ ਭਰਤੀ ਹੋ ਗਈ। ਪਿਛਲੇ 1.5 2 ਸਾਲ 3 ਸਾਲ ਉਹਨਾਂ ਦੀ ਭਰਤੀ ਹੁੰਦੀ ਰਹੀ, ਵਿੱਚ ਪਿਛਲਾ ਸਵਾ ਕੁ ਸਾਲ ਖੜੋਤ ਰਹੀ, ਕਿਉਂਕਿ ਫੈਸਲਾ ਨਹੀਂ ਹੋ ਪਾ ਰਿਹਾ, ਰੋਕਤਾ ਗਿਆ ਵੀ ਨਵੀਂ ਪੁਲਿਸ ਫੋਰਸ ਦੀ ਭਰਤੀ ਹੋਏਗੀ।
ਲੇਕਿਨ ਹੁਣ ਫੈਸਲੇ ਤੋਂ ਬਾਅਦ ਨਵੀਆਂ ਭਰਤੀਆਂ ਫੇਰ ਸ਼ੁਰੂ ਹੋ ਰਹੀਆਂ ਨੇ, ਜਾਂ ਜਿਹੜੇ ਪੁਲਿਸ ਅਫਸਰ ਭਰਤੀ ਕੀਤੇ ਸੀ, ਜੋ ਕਿ ਸਰੀ ਪੁਲਿਸ ਦੇ ਦੋ ਵਰਦੀਆਂ ਚੱਲਦੀਆਂ ਨੇ, ਇੱਕ ਆਰਸੀਐਮਪੀ ਦੀ ਤੇ ਇੱਕ ਸਰੀ ਦੀ, ਲੇਕਿਨ ਕੰਮ ਦੋਵੇਂ ਇਕੱਠੇ ਕਰਦੇ ਨੇ, ਕਮਾਂਡ ਉਹਨਾਂ ਦੀ ਇੱਕ ਹੈ। ਇਹ ਟ੍ਰਾਂਜੀਸ਼ਨ ਦਾ ਪ੍ਰੋਸੈਸ ਹੈ, ਲੇਕਿਨ ਉਸ ਟ੍ਰਾਂਜੀਸ਼ਨ ਦੇ ਪ੍ਰੋਸੈਸ ਦੀ, ਜਿਵੇਂ ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਟੱਚ ਕੀਤਾ, ਵੀ ਪਾਰਦਰਸ਼ਿਤਾ। ਕਿਸੇ ਨੂੰ ਇਹ ਨਹੀਂ ਪਤਾ ਵੀ ਖਰਚਾ ਵੱਧ ਕਿਸ ਚ ਆਉਣਾ, ਕਿਸ ਚ ਘੱਟ ਆਉਣਾ, ਆਪਸ ਦੇ ਵਿੱਚ ਲੜੀ ਜਾ ਰਹੇ ਨੇ, ਕਾਉਂਸਲਰ ਪੁੱਛੀ ਜਾ ਰਹੇ ਨੇ, ਆਪਣੇ ਆਪਣੇ ਹਿਸਾਬ ਨਾਲ ਰਿਪੋਰਟਾਂ ਦਿੰਦੇ ਨੇ, ਕੋਈ ਮੇਅਰ ਆਪਣੀ ਰਿਪੋਰਟ ਦੇ ਦੇਗਾ, ਜਿਹੜੇ ਵਿਰੋਧੀ ਕਾਉਂਸਲਰ ਨੇ ਉਹ ਆਪਣੀ ਰਿਪੋਰਟ ਦੇ ਦੇਣਗੇ, ਸੋ ਕਿਸੇ ਨੂੰ ਪਤਾ ਨਹੀਂ। ਲੇਕਿਨ ਖਰਚੇ ਤੋਂ ਜ਼ਿਆਦਾ ਵੱਡਾ ਵਿਸ਼ਾ ਇੱਥੇ ਪਬਲਿਕ ਸੇਫਟੀ ਦਾ, ਸਿਕਿਉਰਿਟੀ ਦਾ ਹੈ। ਮੁੱਦਾ ਇਹ ਨਹੀਂ ਵੀ ਖਰਚਾ ਕਿੰਨਾ ਹੋ ਰਿਹਾ ਹੈ, ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਕਈ $100 ਮਿਲੀਅਨ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਉਹ ਕਹਿੰਦੇ ਵੀ ਅਸੀਂ ਟ੍ਰਾਂਜੀਸ਼ਨ ਦੀ ਕੀਮਤ ਭੁਗਤਣ ਲਈ ਤਿਆਰ ਹਾਂ, ਲੇਕਿਨ ਮੇਅਰ ਕਹਿ ਰਹੇ ਵੀ ਤੁਸੀਂ ਕਿੰਨੇ ਸਾਲ ਭੁਗਤੋਗੇ, ਇਹ ਤਾਂ ਇੱਕ ਲਗਾਤਾਰ ਪੈਣ ਵਾਲਾ ਖਰਚਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਆਰਸੀਐਮਪੀ ਮਹਿੰਗੀ ਪੈ ਰਹੀ ਹੈ ਕਿ ਸਰੀ ਪੁਲਿਸ ਮਹਿੰਗੀ ਕਹਿ ਰਹੀ ਹੈ। ਇਹਦੇ ਵਿੱਚ 19-21 ਦਾ ਹੀ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਲੇਕਿਨ ਹੁਣ ਜਿਹੜੇ ਮੇਅਰ ਨੇ, ਮੇਅਰ ਬ੍ਰੈਂਡਾ ਲੋਕ, ਇਹ ਦਰਸਾ ਰਹੇ ਨੇ ਵੀ ਜੇ ਤਾਂ ਭਾਰ ਪੈ ਜਾਏਗਾ। ਇਨਫੈਕਟ ਆ ਜਿਹੜੀ ਐਡਵਰਟੀਜ਼ਮੈਂਟ ਕੈਂਪੇਨ ਹੁਣ ਚੱਲਦੀ ਪਈ ਹੈ, ਇਸ ਤੋਂ ਪਹਿਲਾਂ ਮੇਅਰ ਦੇ ਜਿਹੇ ਬਿਆਨ ਹੈ ਜਿਸ ਵਿੱਚ ਲੋਕਾਂ ਨੂੰ ਡਰਾਇਆ ਗਿਆ, ਸਰੀ ਦੇ ਨਿਵਾਸੀਆਂ ਨੂੰ ਡਰਾਇਆ ਗਿਆ ਕਿ ਤੁਹਾਡੇ ਡਬਲ ਡਿਜਿਟ ਪ੍ਰਾਪਰਟੀ ਟੈਕਸ ਹੋ ਜਾਏਗਾ। ਇਨਫੈਕਟ ਹੋ ਵੀ ਗਿਆ। ਇਹਨਾਂ ਨੇ 9.5% ਤੋਂ ਵਧਾ ਕੇ 12.5% ਕੀਤਾ। ਇਨਫੈਕਟ ਜਦੋਂ ਇਹਨਾਂ ਨੇ 17.5% ਕਿਹਾ ਸੀਗਾ, ਫਿਰ ਫੰਡਿੰਗ ਤੋਂ ਬਾਅਦ 12% ਤੱਕ 17.5% ਇਹਨਾਂ ਨੇ ਲੋਕਾਂ ਨੂੰ ਡਰ ਪਾਤਾ ਵੀ ਜੇ ਸਰੀ ਪੁਲਿਸ ਤੇ ਤੁਸੀਂ ਬਦਲੋਗੇ ਤਾਂ ਇੰਨਾ ਟੈਕਸ ਹੋ ਜਾਏਗਾ, ਪ੍ਰਾਪਰਟੀ ਟੈਕਸ। ਲੋਕ ਡਰ ਗਏ, ਲੇਕਿਨ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਫਿਰ ਇਹਨਾਂ ਨੂੰ ਫੰਡ ਦਿੱਤਾ, ਇਹਨਾਂ ਨੇ 5% ਘਟਾਤਾ, ਫਿਰ ਵੀ ਵੱਧਦਾ। ਅੱਜ ਤੁਸੀਂ ਵੈਨਕੂਵਰ ਵੇਖ ਲਓ, ਵੈਨਕੂਵਰ ਦੇ ਵਿੱਚ ਪ੍ਰਾਪਰਟੀ ਟੈਕਸ ਹੁਣ ਉਹਨਾਂ ਨੇ ਜਾ ਕੇ 7.5% ਦਾ ਵਾਧਾ ਕਰਨਾ ਹੈ। ਸਾਡਾ ਵਾਧਾ ਉਸ ਤੋਂ ਜ਼ਿਆਦਾ ਹੋ ਰਿਹਾ ਹੈਗਾ ਸਰੀ ਦੇ ਵਿੱਚ, ਜਦਕਿ ਸਰੀ ਐਡਾ ਵੱਡਾ ਸ਼ਹਿਰ ਵੀ ਨਹੀਂ ਹੈ ਉਸ ਲੈਵਲ ਦੇ ਉੱਤੇ। ਇਸ ਤੋਂ ਇਲਾਵਾ ਉਹਨਾਂ ਨੇ ਵੈਨਕੂਵਰ ਪੁਲਿਸ ਦੀ ਫੰਡਿੰਗ ਵੀ ਵਧਾਈ ਹੈ। ਇਹ ਵੀ ਅਸੀਂ ਦੇਖਿਆ, ਜੋ ਬਜਟ ਵਿੱਚ ਹੁਣੇ ਥੋੜਾ ਦੇਖਿਆ ਸੀ ਅਸੀਂ 2024 ਦੇ ਬਜਟ ਵਿੱਚ 7.5% ਪ੍ਰਾਪਰਟੀ ਟੈਕਸ ਵਿੱਚ ਵਾਧਾ ਹੈ, ਜਦੋਂ ਕਿ ਸਰੀ ਦੇ ਵਿੱਚ ਇਹ ਵਾਧਾ ਬਹੁਤ ਜ਼ਿਆਦਾ ਹੈ। ਦੇਖੋ, ਸਮੱਸਿਆ ਦੀ ਜੜ ਮੇਅਰ ਬ੍ਰੈਂਡਾ ਲੋਕ ਨੇ, ਸਮੱਸਿਆ ਦੀ ਜੜ ਨੇ, ਤੇ ਉਹਨਾਂ ਦੇ ਪਿੱਛੇ ਕੋਈ ਲੌਬੀ ਖੜੀ ਹੈ। ਇਹ ਇੱਕ ਬੜਾ ਵੱਡਾ ਸਵਾਲ ਹੈ, ਕਿਉਂਕਿ ਇੱਕ ਮੇਅਰ ਕਿਸ ਹੱਦ ਤੱਕ ਜਾਏਗਾ। ਇੰਨੇ ਫੈਸਲੇ ਹੋ ਚੁੱਕੇ ਅਲੱਗ-ਅਲੱਗ ਥਾਵਾਂ ਤੋਂ, ਸਭ ਨੇ ਮੰਨ ਲਿਆ ਵੀ ਚਲੋ ਠੀਕ ਹੈ, ਹੁਣ ਖਤਮ ਕਰੋ। ਟ੍ਰਾਂਜੀਸ਼ਨ ਪਹਿਲਾਂ ਚੱਲੀ ਸੀ, ਉਹਨੂੰ ਅੱਗੇ ਤੋਰੋ। ਸਰੀ ਦੇ ਹਾਲਾਤ ਦੇਖੋ ਨਾ ਅੱਜ ਕੀ ਹੋ ਰਿਹਾ ਹੈ ਇੱਥੇ, ਲਾਅ ਐਂਡ ਆਰਡਰ ਦੀ ਵਿਵਸਥਾ ਦੇਖੋ। ਲੋਕਾਂ ਨੂੰ ਹੁਣ ਤਾਂ ਫਿਰੌਤੀਆਂ ਦੀ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਨਾ ਜੀ। ਐਕਸਟੋਰਸ਼ਨ ਕਾਲਸ ਅਸੀਂ ਦੇਖਿਆ, ਜਿਵੇਂ ਤੁਸੀਂ ਮੁੱਦਾ ਚੁੱਕਿਆ ਹੈ। ਜਦੋਂ ਮੇਅਰ ਲੋਕ ਨੂੰ ਅਸੀਂ ਗੱਲ ਕੀਤੀ ਟਰਾਂਸਪੇਰੈਂਸੀ ਬਾਰੇ ਅਤੇ ਪਬਲਿਕ ਸਿਕਿਉਰਿਟੀ, ਜੋ ਕਿ ਸਭ ਤੋਂ ਅਹਿਮ ਤਰਜੀਹ ਹੋਣੀ ਚਾਹੀਦੀ ਹੈ, ਚਾਹੇ ਪ੍ਰੋਵਿੰਸ਼ੀਅਲ ਸਰਕਾਰਾਂ ਚਾਹੇ ਮਿਊਨਿਸਪੈਲਿਟੀ ਸਰਕਾਰਾਂ ਨੇ, ਸਭ ਤੋਂ ਵੱਡਾ ਇਸ਼ੂ ਹੈ। ਅਤੇ ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈਗੀ ਹੈ, ਅਤੇ ਆਰਸੀਐਮਪੀ ਆਪਣਾ ਕੰਮ ਕਰ ਰਹੀ ਹੈ, ਅਤੇ ਅਪਰਾਧਿਕ ਦਰ ਵਿੱਚ ਅਸੀਂ ਘਾਟ ਹੀ ਦੇਖੀ ਹੈ, ਵਾਧਾ ਨਹੀਂ ਦੇਖਿਆ। ਪਰ ਜਿਵੇਂ ਹੁਣ ਤੁਸੀਂ ਐਕਸਟੋਰਸ਼ਨ ਦੀ ਗੱਲ ਕੀਤੀ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਸਰੀ ਦੇ ਵਿੱਚ ਕਾਫੀ, ਜਿਸਨੇ ਲੋਕਾਂ ਨੂੰ ਡਰਾਇਆ ਹੋਇਆ ਹੈ। ਅਸੀਂ ਕਈ ਤਰ੍ਹਾਂ ਦੀਆਂ ਘਟਨਾਵਾਂ ਦੇਖਿਆ ਵੀ ਨੇ, ਕਾਫੀ ਵਾਇਲੈਂਟ ਇੰਸੀਡੈਂਟ ਵੀ ਦੇਖੇ ਨੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਅਪਰਾਧਿਕ ਦਰ ਦੀ, ਤਾਂ ਕਿਤੇ ਇਹ ਚੀਜ਼ ਉਹਦੇ ਨਾਲ ਸਿੰਕ ਵਿੱਚ ਬੈਠਦੀ ਨਜ਼ਰ ਨਹੀਂ ਆਉਂਦੀ, ਤਾਲਮੇਲ ਨਜ਼ਰ ਨਹੀਂ ਆ ਰਿਹਾ। ਹਜੇ ਇਹ ਵੀ ਨਹੀਂ ਪਤਾ ਕਿ ਐਸਪੀਐਸ ਕਿੰਨੀ ਕੁ ਕਾਮਯਾਬ ਹੁੰਦੀ ਹੈ, ਪਰ ਅਜੇ ਤੱਕ ਦੋਵੇਂ ਪੁਲਿਸ ਨੂੰ ਲੈ ਕੇ ਮੇਅਰ ਦੀ ਹੀ ਸਹਿਮਤੀ ਨਹੀਂ ਬਣੀ ਹੈ, ਲੋਕਾਂ ਦੀ ਸਹਿਮਤੀ ਨਹੀਂ ਬਣੀ ਹੈ। ਜਿਹੜੇ ਤੁਸੀਂ ਆંકੜੇ ਸ਼ੇਅਰ ਕੀਤੇ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸਰੀ ਦੇ ਨਾਗਰਿਕ ਜਾਣਦੇ ਵੀ ਨੇ ਇਹਨਾਂ ਆંકੜਿਆਂ ਬਾਰੇ। ਫਿਰ ਉਸ ਤੋਂ ਇਲਾਵਾ ਫਿਰ ਜਿਵੇਂ ਤੁਸੀਂ ਕਿਹਾ ਕਿ ਇਹ ਬੇਲੋੜਾ ਜਿਹੜਾ ਇਸ਼ਤਿਹਾਰ ਹੈ, ਇਸ ਦੇ ਨਾਲ ਲੋਕਾਂ ਵਿੱਚ ਕਿੰਨੀ ਕੁ ਜਾਗਰੂਕਤਾ ਫੈਲੇਗੀ, ਕਿਉਂਕਿ ਮੇਅਰ ਲੋਕ ਅੱਜ ਵੀ ਇਹ ਦਲੀਲ ਦਿੰਦੇ ਨੇ ਕਿ ਮੇਰੇ ਨਾਲ ਲੋਕ ਖੜੇ ਨੇ ਜੋ ਮੈਨੂੰ ਕਹਿੰਦੇ ਨੇ ਕਿ ਤੁਹਾਨੂੰ ਆਪਣੇ ਸਟੈਂਡ ਤੇ ਕਾਇਮ ਰਹਿਣਾ ਚਾਹੀਦਾ ਹੈ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਹੋ ਜਿਹੇ ਮੇਅਰ ਦੀ ਜਿਹੜੀ ਸੋਚ ਹੈ, ਕਿਸ ਤਰ੍ਹਾਂ ਬਦਲੀ ਜਾ ਸਕਦੀ ਹੈ? ਮੇਅਰ ਦੀ ਸੋਚ ਤਾਂ ਤੁਸੀਂ ਖੁਦ ਇੰਟਰੈਕਟ ਕਰਦੇ ਹੋ ਰੋਜ਼, ਤੁਸੀਂ ਮਤਲਬ ਹਫ਼ਤੇ 10 ਦਿਨ ਬਾਅਦ ਤੁਹਾਡੀ ਮੁਲਾਕਾਤ ਹੁੰਦੀ ਹੈ, ਤੇ ਮੇਅਰ ਦੇ ਐਟੀਟਿਊਡ ਦੇ ਵਿੱਚ ਕੋਈ ਫਰਕ ਨਹੀਂ ਆਇਆ। ਮਤਲਬ ਮੈਨੂੰ ਇਹ ਸਮਝਣ ਵਾਲੀ ਗੱਲ ਹੈ ਵੀ ਇਹਨਾਂ ਦੇ ਪਿੱਛੇ ਦੀ ਸ਼ਕਤੀ ਤੇ ਤਾਕਤ ਕਿੱਥੋਂ ਆ ਰਹੀ ਹੈ, ਕਿਉਂਕਿ ਇੱਕ ਲੀਡਰ ਕਿੰਨਾ ਕੁ ਅੜ ਸਕਦਾ ਹੈ, ਫਸ ਸਕਦਾ ਹੈ। ਇਟ ਮੀਨਸ ਉਹਦੇ ਪਿੱਛੇ ਦੇਖੋ ਇਸ ਤਰੀਕੇ ਦੀ ਵੀ ਗੱਲਾਂ ਬਾਤਾਂ ਉੱਭਰਦੀਆਂ ਰਹੀਆਂ ਨੇ ਕਿ ਇੱਕ ਬੜੀ ਵੱਡੀ ਲੌਬੀ ਕੰਮ ਕਰਦੀ ਹੈ, ਜੋ ਕਿ ਨਹੀਂ ਚਾਹੁੰਦੀ ਕਿ, ਕਿਉਂਕਿ ਠੇਕੇ ਨੇ ਬੇਸਿਕਲੀ। ਆਰਸੀਐਮਪੀ ਇੱਕ ਜਿਹੜਾ ਫੈਡਰਲ ਪੁਲਿਸ ਹੈ, ਉਸਨੇ ਕੰਟਰੈਕਟ ਉੱਤੇ ਅਲੱਗ-ਅਲੱਗ ਸ਼ਹਿਰਾਂ ਨੂੰ ਪੁਲਿਸ ਦੇ ਰੱਖੀ ਹੈ। ਉਹਨਾਂ ਦੀ ਇਨਕਮ ਵੀ ਹੈ, ਉਹਨਾਂ ਦਾ ਸਾਧਨ ਵੀ ਹੈ, ਉਹਨਾਂ ਦਾ ਇੱਕ ਕਮਾਂਡ ਵੀ, ਇੱਕ ਸਟਰਕਚਰ ਹੈ ਜੋ ਕਿ ਸੈਂਟਰਲੀ ਗਵਰਨ ਹੁੰਦਾ ਹੈ। ਹਾਲਾਂਕਿ ਉਹਨਾਂ ਦੀ ਆਪਣੀ ਡਿਟੈਚਮੈਂਟ ਦੇ ਆਪਣੇ ਅਧਿਕਾਰੀ ਹੁੰਦੇ ਨੇ, ਅਜਿਹਾ ਨਹੀਂ ਹੈ ਕਿ ਉਹਨਾਂ ਨੂੰ ਉੱਤੋਂ ਗਵਰਨ ਕੀਤਾ ਜਾਂਦਾ ਹੈ, ਲੇਕਿਨ ਫਿਰ ਵੀ ਇਹ ਸਮਝਿਆ ਜਾਂਦਾ ਕਿ ਸਥਾਨਕ ਜਿਹੜਾ ਸਮਾਜ ਹੈ, ਕਮਿਊਨਿਟੀ ਦੀ ਆਪਣੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਮਿਊਨਿਸਪਲ ਫੋਰਸ ਜ਼ਿਆਦਾ ਬਿਹਤਰ ਹੈ। ਇਹ ਚੀਜ਼ ਮਹਿਸੂਸ ਕੀਤੀ ਗਈ, ਤਾਂ ਹੀ ਇਹ ਟ੍ਰਾਂਜੀਸ਼ਨ ਹੋਈ ਕਿ ਚਲੋ ਆਰਸੀਐਮਪੀ ਨਹੀਂ, ਸਰੀ ਪੁਲਿਸ ਹੋਏਗੀ। ਹੁਣ ਤੁਸੀਂ ਪੁਲਿਸ ਵਾਲੇ ਭਰਤੀ ਕਰ ਲਏ ਨੇ, ਸਰੀ ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਨੇ, ਅਫਸਰ ਹੈਗੇ ਨੇ, ਉਹ ਪੈਟਰੋਲਿੰਗ ਡਿਊਟੀਆਂ ਪਹਿਲਾਂ ਤੋਂ 1.5 ਸਾਲ ਬਿਠਾ ਕੇ ਰੱਖਿਆ ਇਹਨਾਂ ਨੇ। ਤੁਸੀਂ ਦੇਖੋ, ਉਹਨਾਂ ਨੇ ਤਨਖਾਹਾਂ, ਉਹਨਾਂ ਨੂੰ ਭਰਤੀ ਕਰ ਲਿਆ ਟ੍ਰਾਂਜੀਸ਼ਨ ਦੇ ਤਹਿਤ, ਉਹਨਾਂ ਨੂੰ ਤਨਖਾਹਾਂ ਦੇ ਰਹੇ। ਸਿਰਫ ਇਸ ਖੁੰਦਕ ਦੇ ਵਿੱਚ ਵੀ ਅਸੀਂ ਤਾਂ ਪੁਲਿਸ ਬਦਲਣੀ ਨਹੀਂ ਦੇਣੀ। ਸੈਂਕੜਾਂ ਦੀ ਗਿਣਤੀ ਦੇ ਵਿੱਚ ਅਫਸਰ ਪੈਟਰੋਲਿੰਗ ਦੇ ਡਿਊਟੀਜ਼ ਤੇ ਤੈਨਾਤ ਨਹੀਂ ਕੀਤੇ ਜਾ ਸਕੇ ਜਦ ਤੱਕ ਆ ਕਾਨੂੰਨ ਪਾਸ ਨਹੀਂ ਹੋ ਗਏ। ਤੇ ਜਦੋਂ ਕਾਨੂੰਨ ਪਾਸ ਹੋਇਆ, ਪ੍ਰੋਵਿੰਸ਼ੀਅਲ ਲਾਅ ਆਇਆ, ਕਲੀਅਰ ਹੋ ਗਿਆ ਵੀ ਹੁਣ ਟ੍ਰਾਂਜੀਸ਼ਨ ਹੋਣੀ ਹੈ, ਉਸ ਤੋਂ ਬਾਅਦ ਉਹ ਪੈਟਰੋਲ ਅਫਸਰਾਂ ਨੂੰ ਹੁਣ ਉਤਾਰਿਆ ਗਿਆ, ਵਿਚ ਮੀਨਸ ਕਿ ਤੁਸੀਂ ਸਿਕਿਉਰਿਟੀ ਦੇਣੀ ਹੈ। ਤਾਂ 2-2.5 ਸਾਲ ਦਾ ਫੇਜ਼ ਰਹਿ ਗਿਆ, 2-2.5 ਸਾਲ ਦੇ ਵਿੱਚ ਟ੍ਰਾਂਜੀਸ਼ਨ ਪੱਕੀ ਹੈ। ਲੇਕਿਨ ਉਸ ਤੋਂ ਪਹਿਲਾਂ ਕਿੰਨੀਆਂ ਅੜਚਨਾਂ, ਮੁਕੱਦਮਾ ਕਰ ਦਿਓ ਜੀ,
ਉਹ ਰਿਪੋਰਟਾਂ ਨਹੀਂ ਸਾਂਝੀਆਂ ਕੀਤੀਆਂ ਇਹਨਾਂ ਨੇ, ਰੀਡੈਕਟਡ ਰਿਪੋਰਟਾਂ ਨੂੰ ਲੈ ਕੇ ਇਹਨਾਂ ਦੇ ਵਿੱਚ ਆਪਸ 'ਚ ਕਲੇਸ਼ ਪਿਆ। ਉਹ ਕਹਿੰਦੇ ਅਸੀਂ ਤੁਹਾਨੂੰ ਨਹੀਂ ਡੇਟਾ ਦੇਣਾ, ਤੁਹਾਡੀ ਰਿਪੋਰਟ ਪਹਿਲਾਂ ਨਾਨ ਡਿਸਕਲੋਜ਼ਰ ਐਗਰੀਮੈਂਟ ਸਾਈਨ ਕਰੋ। ਮਤਲਬ ਕੈਨੇਡਾ ਦੇ ਵਿੱਚ, ਪੂਰੇ ਕੈਨੇਡਾ ਜਾਂ ਇਵਨ ਮੈਂ ਦੁਨੀਆ ਦੇ ਵਿੱਚ ਵੀ ਦੇਖਦਾ ਕੋਈ ਅਜਿਹਾ ਸ਼ਹਿਰ ਨਹੀਂ ਹੈ ਜਿੱਥੇ ਐਡਾ ਕਲੇਸ਼ ਪਿਆ ਹੋਵੇ ਪੁਲਿਸ ਨੂੰ ਲੈ ਕੇ। ਸਰੀ ਇਹ ਵਾਹਿਦ ਇੱਕ ਜਿਸ ਕਿਸਮ ਦਾ ਅਪਰਾਧ ਹੋ ਰਿਹਾ, ਹੁਣ ਦੇਖੋ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਇੱਥੇ ਆਏ ਦਿਨ ਚੌਥੇ ਦਿਨ ਗੈਂਗ ਵਾਰ ਹੋ ਰਹੀ ਹੈ, ਕਨਫਲਿਕਟ ਹੋ ਰਹੀ ਹੈ। ਸਰੀ ਸੈਂਟਰ ਹੈ, ਡੈਂਸਿਟੀ ਆਫ ਪਾਪੂਲੇਸ਼ਨ ਹੈ, ਪੰਜਾਬੀ ਬਸੋਂ, ਸਾਊਥ ਏਸ਼ੀਅਨ ਕਮਿਊਨਿਟੀਜ਼, ਇੱਥੇ ਕੰਪਲੈਕਸਿਟੀ ਬਹੁਤ ਜ਼ਿਆਦਾ ਹੈ। ਸੋ ਉਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜੋ ਸਰੀ ਦੀ ਲੋਕਲ ਇੱਥੇ ਦੀ ਸਿਟੀ ਲੈਵਲ ਦੀ ਪੋਲਿਟਿਕਸ ਐਡੀ ਮਾੜੀ ਪੋਲਿਟਿਕਸ ਹੈ, ਇਹਨਾਂ ਦਾ ਆਪਸ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਜਿਹੜਾ ਕਲੇਸ਼ ਚੱਲਦਾ ਪਿਆ, ਉਸਨੇ ਮੈਨੂੰ ਲੱਗਦਾ ਉਹ ਪੁਲਿਸ ਅਫਸਰਾਂ ਦੇ ਮੁਰਾਲ ਲਈ ਵੀ ਬਹੁਤ ਖਰਾਬ ਹੈ ਇੱਥੇ। ਉਹ ਇੱਕ ਵੱਖਰੀ ਗੱਲ ਹੈ, ਅੰਕੜਿਆਂ ਦੇ ਵਿੱਚ ਤੁਸੀਂ ਦੇਖੋਗੇ ਤਾਂ ਦਿਖਾਉਂਦੇ ਨੇ, ਤੇ ਠੀਕ ਹੈ ਅੰਕੜਿਆਂ ਦੇ ਵਿੱਚ ਉਹ ਚੀਜ਼ ਨਜ਼ਰ ਨਹੀਂ ਆਉਂਦੀ, ਲੇਕਿਨ ਕਿਤੇ ਨਾ ਕਿਤੇ ਜਿਹੜੇ ਪੁਲਿਸ ਅਫਸਰ ਕੰਮ ਕਰ ਰਹੇ ਨੇ ਉਹਨਾਂ ਨੂੰ ਪਤਾ ਨਹੀਂ, RCMP ਵਾਲੇ ਨੂੰ ਅੱਜ ਇਹ ਨਹੀਂ ਪਤਾ ਵੀ ਸਾਡਾ ਭਵਿੱਖ ਸਿਕਿਉਰ ਹੈ, ਉਹਨਾਂ ਨੂੰ ਕਿਸੇ ਹੋਰ ਟ੍ਰਾਂਸਫਰ ਕਰਤਾ ਜਾਏਗਾ। ਇਹ ਨਹੀਂ ਕਿ ਨੌਕਰੀਆਂ ਚੱਲ ਜਾਣਗੀਆਂ। ਸਰੀ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਵੀ ਅਸੀਂ ਭਵਿੱਖ ਦੀ ਪੁਲਿਸ ਸਾਡੀ ਹੋਣੀ ਹੈ ਜਾਂ ਪਰ ਸਾਨੂੰ ਕਿਤੇ ਹੋਰ ਭੇਜਿਆ ਜਾਏਗਾ। ਅੱਛਾ, ਉਹ ਪੁਲਿਸ ਦੇ ਮਹਿਕਮਿਆਂ ਦੇ ਵਿੱਚ ਕੈਨਿਬਲਾਈਜੇਸ਼ਨ ਹੋ ਰਹੀ ਹੈ। ਇੱਥੋਂ ਤੱਕ ਗੱਲ ਆ ਗਈ ਸੀ ਵੀ ਸਰੀ RCMP ਨੇ ਆਪਣੇ ਵੱਲੋਂ ਕਹਿ ਤਾ ਵੀ ਸਰੀ ਪੁਲਿਸ ਦੇ ਅਫਸਰ ਸਾਨੂੰ ਜੁਆਇਨ ਕਰਨ ਨੂੰ ਤਿਆਰ ਹੈ, ਸਰੀ ਪੁਲਿਸ ਵਾਲੇ ਕਹਿੰਦੇ ਵੀ RCMP ਵਾਲੇ ਸਾਨੂੰ ਜੁਆਇਨ ਕਰਨ ਨੂੰ ਤਿਆਰ ਹੈ। ਇੱਕ ਦੂਸਰੇ ਦੇ ਜਿਹੜੇ ਕਾਡਰਸ ਨੂੰ ਵੀ ਇਹਨਾਂ ਨੇ ਇਨਵਾਈਟ ਕਰਕੇ, ਜਿਹਨੂੰ ਕਹਿੰਦੇ ਨਾ ਆਫਰਸ ਦੇਣੀਆਂ ਸ਼ੁਰੂ ਕਰਤੀਆਂ। ਸੋ ਆਪਸ ਦੇ ਵਿੱਚ ਹੀ ਲੜੀ ਜਾ ਰਹੇ ਨੇ। ਮਤਲਬ ਤੁਸੀਂ ਕ੍ਰਾਈਮ ਦੇ ਨਾਲ ਲੜਨਾ ਹੈ, ਤੁਸੀਂ ਅਪਰਾਧੀਆਂ ਦੇ ਨਾਲ ਲੜਨਾ ਹੈ, ਤੁਸੀਂ ਆਪਸ ਦੇ ਵਿੱਚ ਹੀ ਪੁਲਿਸ ਅਫਸਰ ਜਾਂ ਪੁਲਿਸ ਦੇ ਜਿਹੜੇ ਮਹਿਕਮੇ ਦੇ ਅਫਸਰ ਨਹੀਂ ਲੜਦੇ, ਲੇਕਿਨ ਇੱਕ ਅਨਹੈਲਦੀ ਕੰਪੀਟੀਸ਼ਨ ਸ਼ੁਰੂ ਕਰ ਰੱਖਿਆ। ਇੱਕ ਦੂਸਰੇ ਦੇ ਅਫਸਰਾਂ ਨੂੰ ਆਪਣੇ ਵੱਲ ਖਿੱਚ ਲਓ, ਮਾਹੌਲ ਐਸਾ ਕ੍ਰੀਏਟ ਕਰ ਲਓ, ਬਿਆਨ ਦੇ ਦਿਓ, ਸਟੇਟਮੈਂਟਾਂ ਦੇ ਦਿਓ। ਤਾਂ ਆਹ ਇਸ਼ਤਿਹਾਰ ਵਾਲੀ ਜਿਹੜੀ ਕੈਂਪੇਨ ਐਡਵਰਟੀਜ਼ਮੈਂਟ, $5 ਲੱਖ $5 ਲੱਖ ਤੁਸੀਂ ਖਰਚ ਕਰਦੇ ਪਏ ਹੋ ਸਿਰਫ ਆਪਣੀ ਈਗੋ ਨੂੰ ਸੈਟਿਸਫਾਈ ਕਰਨ ਲਈ, ਸਿਰਫ ਆਪਣੇ ਇੱਕ ਏਜੰਡੇ ਜੋ ਕਿ ਹਾਰ ਚੁੱਕਿਆ ਤੇ ਡਿਫੀਟਡ ਏਜੰਡਾ। ਇਸਨੇ ਅਦਾਲਤ ਦੇ ਵਿੱਚ ਮੈਨੂੰ ਘੱਟ ਆਸ ਹੈ ਕਿ ਟਿਕੇਗਾ। ਇੱਕ ਫੈਕਟ ਹੈ ਕਿ ਮਿਊਨਿਸਪਲ ਜਿਹੜੀ ਸਿਟੀ ਹੈ ਉਹਦੇ ਕੋਲ ਹੱਕ ਹੈ ਕਿ ਉਹ ਆਪਣੀ ਪੁਲਿਸ ਚੁਣ ਸਕਦਾ ਹੈ, ਲੇਕਿਨ ਹੁਣ ਕਾਨੂੰਨ ਬਣ ਚੁੱਕਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਉਸ ਨੂੰ ਓਵਰ ਰਾਈਡ ਕਰ ਸਕਦੀ ਉਸ ਡਿਸੀਜਨ ਨੂੰ। ਹੁਣ ਤਾਂ ਕਾਨੂੰਨ ਬਣਾ ਕੇ, ਪਹਿਲਾਂ ਵੀ ਕਰ ਸਕਦੀ ਸੀ, ਪਹਿਲਾਂ ਇੱਕ ਨੋਰਮ ਸੀ, ਇਹ ਝਗੜਾ ਕਦੇ ਹੋਇਆ ਨਹੀਂ, ਲੇਕਿਨ ਹੁਣ ਤਾਂ ਉਹਨਾਂ ਨੇ ਕਾਨੂੰਨ ਪਾਸ ਕਰਤਾ। ਹੁਣ ਜਿਹੜਾ ਕਾਨੂੰਨ ਪਾਸ ਹੋ ਗਿਆ ਤੁਸੀਂ ਉਹਨੂੰ ਕਿਵੇਂ ਨਲ ਐਂਡ ਵਰਡ ਕਰਾਰ ਦਵਾਓਗੇ? ਆਈ ਥਿੰਕ ਇਸੇ ਕਾਰਨ ਉਹਨਾਂ ਨੇ ਅਦਾਲਤ ਦਾ ਰੁਖ ਕੀਤਾ ਹੈ। ਪਰ ਇੱਥੇ ਇਹ ਵੀ ਗੱਲ ਬਣਦੀ ਹੈ ਰਿਤੇਸ਼ ਜੀ ਕਿ ਹੁਣ ਜਿਹੜੀ ਸਾਡੀ ਸਰੀ ਦੀ ਨਾਗਰਿਕ ਹੈ, ਸਾਡੇ ਤੇ ਜਨਤਾ ਹੈ, ਉਹਨਾਂ ਨੂੰ ਇਹ ਜ਼ਰੂਰੀ ਹੈ ਕਿ ਉਹ ਮੇਅਰ ਨੂੰ ਜਵਾਬਦੇਹ ਬਣਾਉਣ ਇਸ ਲਈ, ਕਿਉਂਕਿ ਜਦੋਂ ਮੇਅਰ, ਤੁਸੀਂ ਸਾਰੇ ਸ਼ਹਿਰ ਦੇ ਮੇਅਰ ਹੋ, ਤੁਸੀਂ ਇੱਕ ਗੁੱਟ ਦੇ ਮੇਅਰ ਨਹੀਂ ਹੋ ਜੇ RCMP ਨੂੰ ਸਪੋਰਟ ਕਰਦੀ ਹੈ। ਅਤੇ ਜੇਕਰ ਕਿਸੇ ਦੀ ਵਿਚਾਰਧਾਰਾ ਅੱਜ ਦੀ ਡੇਟ ਵਿੱਚ ਬਦਲ ਵੀ ਰਹੀ ਹੈ, ਤਰੀਕ ਵਿੱਚ ਬਦਲ ਵੀ ਰਹੀ ਹੈ, ਤਾਂ ਸਰੀ ਸ਼ਹਿਰ ਦੇ ਮੇਅਰ ਹੁੰਦੇ ਹੋਏ, ਸਰੀ ਸ਼ਹਿਰ ਦੇ ਮੇਅਰ ਹੁੰਦੇ ਹੋਏ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੇ ਲੋਕਾਂ ਨਾਲ ਮੈਂ ਸਹਿਮਤੀ ਰੱਖਾਂ ਜਾਂ ਐਟਲੀਸਟ ਮੈਜੋਰਿਟੀ ਨਾਲ ਸਹਿਮਤੀ ਰੱਖਾਂ। ਤੇ ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਸਰੀ ਦੇ ਨਾਗਰਿਕਾਂ ਨੂੰ ਮੇਅਰ ਨੂੰ ਜ਼ਰੂਰ ਜਵਾਬਦੇਹ ਬਣਾਉਣਾ ਚਾਹੀਦਾ ਹੈ, ਉਹਨਾਂ ਤੋਂ ਸਵਾਲ ਪੁੱਛਣਾ ਚਾਹੀਦਾ ਹੈ, ਪਾਰਦਰਸ਼ਤਾ ਦੀ ਮੰਗ ਕਰਨੀ ਚਾਹੀਦੀ ਹੈ, ਕਾਉਂਸਲਰਸ ਨੂੰ ਵੀ ਇਕਮਤ ਹੋ ਕੇ ਗੱਲ ਕਰਨੀ ਚਾਹੀਦੀ ਹੈ, ਨਾ ਕਿ ਇੱਕ ਦੂਜੇ ਤੇ ਇਲਜ਼ਾਮ ਲਾਣੇ ਚਾਹੀਦੇ ਹੈ, ਕਿਉਂਕਿ ਸਾਡਾ ਟੈਕਸ ਪੇਅਰਸ ਦਾ ਜਿਹੜਾ ਪੈਸਾ ਹੈ ਉਹ ਬਹੁਤ ਕੀਮਤੀ ਹੈ। ਆਰਥਿਕ ਬੋਝ ਥੱਲੇ ਅਸੀਂ ਸਾਰੇ ਦਬੇ ਹੋਏ ਹਾਂ। ਅਜਿਹੇ ਵਿੱਚ ਜੇ ਅਸੀਂ ਖਿੱਚੋਤਾਣ ਵਿੱਚ ਫਸੇ ਰਹਿੰਦੇ ਹਾਂ ਤਾਂ ਸਾਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰ ਤੇ ਸਾਡਾ ਭਰੋਸਾ ਰਹੇਗਾ, ਔਰ ਇਹ ਗੱਲ ਜੇ ਸਰਕਾਰਾਂ ਸਮਝਣ ਤਾਂ ਬਹੁਤ ਹੀ ਵਧੀਆ ਗੱਲ ਹੈ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਇੱਕ ਟਰਮ ਹੈ ਕਿ ਮੈਨੂੰ ਲੱਗਦਾ ਵੀ ਇਸ ਮੇਅਰ ਦੀ ਪੂਰੀ ਟਰਮ, ਜਦੋਂ ਤੁਸੀਂ ਭਵਿੱਖ ਦੇ ਵਿੱਚ ਜਾ ਕੇ ਹਿਸਟਰੀ ਚੈੱਕ ਕਰੋਗੇ, ਇਹ ਸਭ ਤੋਂ ਕਾਲਾ ਦੌਰ ਰਹੇਗਾ ਸਰੀ ਦੇ ਇਤਿਹਾਸ ਦੇ ਵਿੱਚ, ਪੁਲਿਸਿੰਗ ਦੇ ਇਤਿਹਾਸ ਦੇ ਵਿੱਚ, ਕਿਉਂਕਿ ਅਗਲੀ ਕਾਉਂਸਲ ਵੱਖਰੀ ਆ ਜਾਏਗੀ ਤੇ ਜੇ ਉਹ ਅਗਲੀ ਕਾਉਂਸਲ ਕਹਿੰਦੇ ਕਿ ਅਸੀਂ ਸਰੀ ਪੁਲਿਸ ਦੇ ਨਾਲ ਹੀ ਅੱਗੇ ਵਧਣਾ ਹੈ ਜੀ, ਤੇ ਉਸ ਸਥਿਤੀ ਦੇ ਵਿੱਚ ਆ ਜਿਹੜੇ 3-4 ਸਾਲ ਜੋ ਵੀ ਟਰਮ ਰਹੀ ਹੋਣੀ, ਇਹਨਾਂ ਨੇ ਜੋ ਖਰਾਬੀ ਕੀਤੀ, ਜੋ ਡੀਲੇ ਕੀਤੇ, ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਏਗਾ, ਇਹ ਮੈਨੂੰ ਲੱਗਦਾ ਫਿਊਚਰ ਦੇ ਐਨਾਲਿਸਟ ਇਸ ਚੀਜ਼ ਬਾਰੇ ਆਂਕਲਨ ਕਰਨਗੇ। ਜੀ ਸ਼ੁਕਰੀਆ ਰਿਤੇਸ਼ ਜੀ। ਥੈਂਕ ਯੂ ਜੀ।